So now we will find a relation between velocity and displacement known as velocity displacement relation, and it is also the third equation of motion. So we have a situation, so from, you can say, a body which is initially moving with velocity v0 at time t0 and is at x0 position. After time t1 t1 टाइम बीतन तो बाद t0 तो बाद t1 टाइम बीत गया, उस तो बाद ਉਹਦੀ velocity v1 ਹੋਗੀ ਤੇ ਉਹਦੀ ਪੋਜੀਸ਼ਨ x1 ਹੋਗੀ। ਇਹ ਮੈਂ ਪੋਜੀਸ਼ਨਸ ਦੀ ਗੱਲ ਕਰ ਰਿਹਾ, ਟਾਈਮ ਬੀਤਣ ਤੋਂ ਬਾਅਦ ਦੀ ਗੱਲ ਕਰ ਰਿਹਾ। ਇਹਦਾ ਮਤਲਬ ਇਹ ਵਾਲੀ ਸਾਰੀ ਗੱਲ ਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਜੇ ਟੀ ਟਾਈਮ ਦੇ ਵਿੱਚ ਕੀ ਹੋਇਆ, ਟੀ ਟਾਈਮ ਦਾ ਮਤਲਬ t1 ਮਾਈਨਸ t0। ਸੋ ਟੀ ਟਾਈਮ ਜਿਹੜਾ ਸੀਗਾ ਇੰਟਰਵਲ ਇੰਟਰਵਲ ਸੀਗਾ, ਮਤਲਬ ਇਹਨਾਂ ਨੂੰ ਘਟਾ ਕੇ ਟੀ ਟਾਈਮ ਆਉਣਾ ਸੀ। ਮੰਨ ਲਓ ਇਹ 11 ਵਜੇ 10 ਮਿੰਟ ਤਾਂ 10 ਮਿੰਟਾਂ ਵਿੱਚ ਟੀ ਮੈਨੇ 10 ਮਿੰਟ। ਸੋ 10 ਮਿੰਟਾਂ ਵਿੱਚ ਕੀ ਹੋਇਆ ਕਿ x0 ਪੁਆਇੰਟ ਤੋਂ x1 ਪੁਆਇੰਟ ਤੱਕ ਬੋਡੀ ਪਹੁੰਚ ਗਈ ਅਤੇ ਉਹਦੀ ਸਪੀਡ v0 ਸੀ ਅਤੇ v1 ਹੋ ਗਈ। ਹੁਣ ਉਹਦੀ ਸਪੀਡ ਚੇਂਜ ਕਿਉਂ ਹੋਈ ਹੋਊਗੀ, ਆਪਾਂ ਇਹ ਮੰਨਦੇ ਪਏ ਹਾਂ ਕਿ ਐਕਸਲਰੇਸ਼ਨ ਆ ਉੱਥੇ ਜਿਹੜੀ ਕਿ ਕੌਨਸਟੈਂਟ ਆ। ਸੋ ਫਿਕਸ ਐਕਸਲਰੇਸ਼ਨ ਦੀ ਵਜ੍ਹਾ ਕਰਕੇ ਇਹ ਸਾਰੀ ਸਿਚੁਏਸ਼ਨ ਇੱਦਾਂ ਹੋਈ ਹੋਏਗੀ। ਸੋ ਅਸੀਂ ਇੱਥੇ ਮੰਨ ਲਿਆ ਕਿ ਜਿਹੜਾ ਟਾਈਮ ਇੰਟਰਵਲ ਆ t1 ਮਾਈਨਸ t0 ਟਾਈਮ ਇੰਟਰਵਲ, ਠੀਕ ਆ, ਅੰਤਰਾਲ, ਸਮਾਂ ਅੰਤਰਾਲ। ਸੋ ਸਮਿਆਂ ਦੇ ਵਿੱਚ ਜਿਹੜਾ ਫਰਕ ਆ ਉਹ t ਆ, ਠੀਕ ਆ। ਅਤੇ ਅਸੀਂ v0 ਜਿਹੜਾ ਹੁੰਦਾ ਉਹਨੂੰ u ਇਨੀਸ਼ੀਅਲ ਵੈਲੋਸਿਟੀ ਜਿਹੜੀ ਹੁੰਦੀ ਆ, ਸੋ ਇਨੀਸ਼ੀਅਲ ਵੈਲੋਸਿਟੀ ਜਿਹੜੀ ਹੁੰਦੀ ਆ v0 ਉਹਨੂੰ ਅਸੀਂ u ਮੰਨਦੇ ਰਹੇ ਹਾਂ, ਇਸ ਲਈ ਅਸੀਂ ਇਹਨੂੰ u ਲਿਖ ਲਾਂਗੇ। ਫਾਈਨਲ ਵੈਲੋਸਿਟੀ ਜਿਹੜੀ ਹੈਗੀ ਆ v1, ਉਹਦਾ ਨਾਮ ਅਸੀਂ v ਰੱਖ ਲੈਂਦੇ ਹਾਂ। ਡਿਸਪਲੇਸਮੈਂਟ ਜਿਹੜੀ ਹੁੰਦੀ ਆ ਉਹ ਪੋਜੀਸ਼ਨਸ ਦਾ ਡਿਫਰੈਂਸ ਹੈਗਾ ਆ x1 ਮਾਈਨਸ x0। ਸੋ ਇਹਦਾ ਮਤਲਬ ਜਦੋਂ ਇਹ ਤੁਸੀਂ ਕੁਐਸਚਨ ਜੇ ਤੁਹਾਨੂੰ ਪੇਪਰ 'ਚ ਆ ਗਿਆ ਤਾਂ ਤੁਹਾਨੂੰ ਇਹ ਸਾਰੀ ਸਿਚੁਏਸ਼ਨ ਲਿਖ ਕੇ 2-3 ਲਾਈਨਾਂ ਦੇ ਵਿੱਚ ਕਲੀਅਰ ਕਰਨੀ ਪਊਗੀ। ਜੋ ਮੈਂ ਬੋਲਿਆ ਦੱਸਣਾ ਪਊਗਾ ਬਈ ਅਸੀਂ ਇਨੀਸ਼ੀਅਲ ਟਾਈਮ t0 ਤੇ ਬੋਡੀ v0 ਸਪੀਡ ਦੇ ਨਾਲ x0 ਪੋਜੀਸ਼ਨ 'ਤੇ ਹੈਗੀ ਸੀ ਅਤੇ ਉਸ ਤੋਂ ਬਾਅਦ ਉਹ ਸਟ੍ਰੇਟ ਲਾਈਨ ਮੋਸ਼ਨ ਦੇ ਵਿੱਚ ਕੌਨਸਟੈਂਟ ਐਕਸਲਰੇਸ਼ਨ a ਦੇ ਨਾਲ ਟੀ ਟਾਈਮ ਦੇ ਲਈ, ਟੀ ਟਾਈਮ ਮੀਨਸ ਜਿਹੜਾ ਆਹ ਵਾਲਾ ਟੀ ਟਾਈਮ ਦੇ ਲਈ ਟਰੈਵਲ ਕਰਦੀ ਰਹੀ ਅਤੇ ਉਹਨੇ ਡਿਸਪਲੇਸਮੈਂਟ ਜਿਹੜੀ ਹੈਗੀ x1 ਮਾਈਨਸ x0 ਬਰਾਬਰ s ਡਿਸਪਲੇਸਮੈਂਟ ਕੀਤੀ ਆ। ਜਾਂ ਤੁਹਾਨੂੰ ਲਿਖਣਾ ਪਊਗਾ ਕਿ ਉਹ x1 ਪੋਜੀਸ਼ਨ 'ਤੇ t1 ਟਾਈਮ ਦੇ ਵਿੱਚ ਪਹੁੰਚ ਗਈ ਆ ਅਤੇ ਉਹਦੀ ਵੈਲੋਸਿਟੀ ਜਿਹੜੀ ਆ v1 ਹੋ ਗਈ ਆ। ਹੁਣ ਐਕਸਲਰੇਸ਼ਨ ਦੀ ਡੈਫੀਨੇਸ਼ਨ ਆ, ਐਕਸਲਰੇਸ਼ਨ ਦੀ ਡੈਫੀਨੇਸ਼ਨ ਕੀ ਕਹਿੰਦੀ ਆ ਕਿ vf ਫਾਈਨਲ ਵੈਲੋਸਿਟੀ, ਇਨੀਸ਼ੀਅਲ ਵੈਲੋਸਿਟੀ, ਫਾਈਨਲ ਟਾਈਮ ਅਤੇ ਇਨੀਸ਼ੀਅਲ ਟਾਈਮ। ਸੋ ਇਹ ਵਾਲੀ ਸਾਰੀ ਸਿਚੁਏਸ਼ਨ ਨੂੰ ਆਪਾਂ v1 ਮਾਈਨਸ v0 t1 ਮਾਈਨਸ t0 ਵੀ ਲਿਖ ਸਕਦੇ ਹਾਂ। ਹੁਣ ਅਸੀਂ ਇਹਨੂੰ ਜੇ ਸਾਰੀ ਸਿਚੁਏਸ਼ਨ ਨੂੰ ਪੁਰਾਣੇ ਸਿਸਟਮ ਦੇ ਹਿਸਾਬ ਨਾਲ ਲਿਖਣਾ ਤਾਂ ਐਕਸਲਰੇਸ਼ਨ ਇਜ਼ ਇਕੁਅਲ ਟੂ v ਮਾਈਨਸ u ਓਵਰ t ਹੁੰਦਾ ਆ। ਸੋ ਫਾਈਨਲ ਵੈਲੋਸਿਟੀ, ਇਨੀਸ਼ੀਅਲ ਵੈਲੋਸਿਟੀ ਅਤੇ ਟਾਈਮ ਡਿਵਾਈਡ ਕੀਤਾ। ਮੀਨਸ ਅਸੀਂ ਕੀ ਕੀਤਾ, ਹੁਣ ਅਸੀਂ ਇਹ ਟਾਈਮ ਅਤੇ ਐਕਸਲਰੇਸ਼ਨ ਨੂੰ ਕ੍ਰੋਸ ਕਰਵਾਤਾ, ਐਕਸ ਟੀ ਉੱਧਰ ਭੇਜਤਾ, ਇੱਧਰ ਲੈ ਆਂਦਾ। ਸੋ ਟਾਈਮ ਦੀ ਵੈਲਿਊ v ਮਾਈਨਸ u ਓਵਰ a ਆ ਗਈ। ਸੋ ਫਰੋਮ ਹੇਅਰ ਵੀ ਕੈਨ ਫਾਈਂਡ ਕਿ ਜਿਹੜੀ s ਦੀ ਵੈਲਿਊ ਆ, ਜਿਹੜਾ ਇੱਕ ਰਿਲੇਸ਼ਨ ਆ, ਦਿਸ ਆਲਰੇਡੀ ਵੀ ਨੋ, ਦਿਸ ਰਿਲੇਸ਼ਨ ਵੀ ਆਲਰੇਡੀ ਨੋ। ਸੋ ਆਹ ਵਾਲਾ ਜਿਹੜਾ ਰਿਲੇਸ਼ਨ ਹੈ ਸਾਨੂੰ ਪਹਿਲਾਂ ਹੀ ਪਤਾ, ਅਸੀਂ ਪਹਿਲਾਂ ਹੀ ਸੈਕਿੰਡ ਇਕੁਏਸ਼ਨ ਆਫ ਮੋਸ਼ਨ ਆ। ਸੋ ਦਿਸ ਰਿਲੇਸ਼ਨ ਵੀ ਹੈਵ ਆਲਰੇਡੀ ਯੂ ਕੈਨ ਡਰਾਈਵਡ। ਸੋ ਇਹ ਵਾਲਾ ਰਿਲੇਸ਼ਨ ਜਿਹੜਾ ਸੀਗਾ, ਸੋ ਐਸ ਯੂ ਟੀ ਹਾਫ ਏ ਟੀ ਸਕੇਅਰ ਵਾਲਾ, ਸੋ ਇਹ ਵਾਲਾ ਰਿਲੇਸ਼ਨ ਅਸੀਂ ਸੈਕਿੰਡ ਇਕੁਏਸ਼ਨ ਆਫ ਮੋਸ਼ਨ ਜਿਹੜੀ ਆ, ਸੋ ਇਹਨੂੰ ਹੁਣ ਅਸੀਂ ਯੂਜ਼ ਕਰਾਂਗੇ। ਸੋ ਆਹ ਜਿਹੜੀ ਰਿਲੇਸ਼ਨ ਅਸੀਂ ਤਾਂ ਟਾਈਮ ਐਕਸਲਰੇਸ਼ਨ ਦੀ ਡੈਫੀਨੇਸ਼ਨ ਤੋਂ ਟਾਈਮ ਦੀ ਵੈਲਿਊ ਕੈਲਕੂਲੇਟ ਕੀਤੀ ਆ, ਇਹਨੂੰ ਆਹ ਵਾਲੇ ਟਾਈਮ ਅਤੇ ਆਹ ਵਾਲੇ ਟਾਈਮ ਦੀ ਜਗ੍ਹਾ 'ਤੇ ਰਿਪਲੇਸ ਕਰ ਦਾਂਗੇ ਅਸੀਂ। ਆਹ ਵਾਲੇ ਟਾਈਮ ਅਤੇ ਆਹ ਵਾਲੇ ਟਾਈਮ ਦੇ ਵਿੱਚ ਇਹ ਭਰ ਦਾਂਗੇ ਤਾਂ ਇਹ ਆਪਣੇ ਕੋਲ ਬਣ ਗਿਆ ਐਸ ਇਜ਼ ਇਕੁਅਲ ਟੂ u v ਮਾਈਨਸ u ਓਵਰ a, v ਮਾਈਨਸ u ਓਵਰ a plus 1/2 a t is v minus u over a ਇਹਦਾ ਸਕੁਏਅਰ, ਸੋ ਸਕੁਏਅਰ। ਸੋ ਦੇਅਰਫੋਰ ਹੁਣ ਅਸੀਂ ਕੀ ਕੀਤਾ, ਅਸੀਂ ਦੇਖਿਆ ਬਈ ਇਹ ਸਾਰਾ ਸਿਸਟਮ ਇਹਨੂੰ u ਨੂੰ ਅੰਦਰ ਭੇਜ ਦਿੱਤਾ। ਸੋ v ਇੰਟੂ u ਹੋ ਗਿਆ ਬਰੈਕਟ ਦੇ ਅੰਦਰ, u ਦੇ ਨਾਲ ਮਲਟੀਪਲਾਈ ਹੋ ਕੇ u ਸਕੁਏਅਰ ਹੋ ਗਿਆ ਡਿਵਾਈਡ ਬਾਈ a। ਆਪਣੇ ਵੱਲੋਂ ਹੀ 2 ਅਤੇ 2 ਮਲਟੀਪਲਾਈ ਡਿਵਾਈਡ ਕਰਤਾ, ਇਹ ਬੇਸਿਕਲੀ ਕੈਂਸਲ ਹੋ ਗਏ, ਕੋਈ ਫਰਕ ਨਹੀਂ ਪਿਆ। ਸੋ ਬਟ ਅਸੀਂ ਕੈਂਸਲ ਨਹੀਂ ਕਰਨੇ, ਅਸੀਂ ਜਾਣ ਬੁੱਝ ਕੇ ਆਪ ਲਗਾਏ ਆ। ਕਿਉਂ ਲਾਏ ਆ ਹੁਣ ਹੀ ਪਤਾ ਲੱਗ ਜਾਏਗਾ। ਸੋ ਅਸੀਂ ਇੱਥੇ ਆਇਆ ਆਪਣੇ ਕੋਲ a/2,
ब्रैकेट खोलती v माइनस यू होल स्केयर फार्मूला a माइनस b होल स्केयर या x माइनस वाई होल स्केयर का फार्मूला x माइनस वाई होल स्केयर इज इक्वल टू एक्स स्केयर प्लस वाई स्केयर माइनस 2xy ये फार्मूला यूज़ किया। सो वी गैट v स्केयर प्लस यू स्केयर माइनस 2uv सो डिवाइड बाय a स्केयर सो a स्केयर ਹੁਣ ਇੱਥੇ ਬਾਹਰ 1/2 a ਸੀਗਾ ਮੀਨਸ a ਬਟਾ 2 ਇੱਕੋ ਹੀ ਗੱਲ ਆ। ਸੋ a ਦੇ ਨਾਲ ਇੱਕ a ਕੱਟਿਆ ਗਿਆ ਸੋ ਆਹ ਵਾਲਾ a ਕੱਟਿਆ ਗਿਆ ਇੱਥੇ ਇਕੱਲਾ a ਬਚਿਆ ਸੋ 2a ਆਹ 2 ਅਤੇ ਆਹ 2a। ਹੁਣ ਇਹ ਡਿਨੋਮੀਨੇਟਰ ਸੇਮ ਕਰਨ ਲਈ ਇੱਥੇ 2 ਲਿਆਉਣ ਦੇ ਲਈ ਅਸੀਂ ਇੱਥੇ 2 ਨਾਲ ਮਲਟੀਪਲਾਈ ਡਿਵਾਈਡ ਕਰਤਾ। ਸੋ ਨਾਓ ਡਿਨੋਮੀਨੇਟਰ ਬਿਕਮਜ਼ ਸੇਮ ਸੋ ਦਿਸ 2a ਸੋ ਡਿਨੋਮੀਨੇਟਰ ਇਨ ਦਿਸ ਫੈਕਟਰ ਸੋ ਆਹ ਜਿਹੜਾ ਪਲੱਸ ਦਾ ਫੈਕਟਰ ਆ ਅਤੇ ਆਹ ਵਾਲਾ ਜਿਹੜਾ ਫੈਕਟਰ ਆ ਇਹਨਾਂ ਦੋਨਾਂ ਵਿੱਚ ਡਿਨੋਮੀਨੇਟਰ 2a ਆ ਗਿਆ। ਸੋ ਦੇਅਰਫੋਰ ਉੱਪਰ ਵਾਲਾ ਸਾਰਾ ਜਿਹੜਾ ਨਿਊਮੀਰੇਟਰ ਆ ਉਹ ਸਾਰਾ ਇਕੱਠਾ ਕਰਤਾ 2 ਅੰਦਰ ਗਿਆ 2vu ਹੋ ਗਿਆ 2u ਸਕੇਅਰ ਹੋ ਗਿਆ 2vu ਮਾਈਨਸ 2u ਸਕੇਅਰ ਪਲੱਸ v ਸਕੇਅਰ u ਸਕੇਅਰ ਮਾਈਨਸ 2uv। ਸੋ ਜਦੋਂ ਹੁਣ ਅਸੀਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ 2uv ਮਾਈਨਸ 2uv ਕੈਂਸਲ ਹੋ ਜਾਊਗਾ। ਸੋ ਮਾਈਨਸ 2u ਸਕੇਅਰ प्लस यू स्केयर करके अपने को माइनस यू स्केयर आएगा v स्केयर माइनस यू स्केयर ओवर 2a आएगा। सो इधर s लिखा सी सो s इज इक्वल टू v स्केयर माइनस यू स्केयर ओवर 2a नू क्रॉस करवाता सो दिस विल बिकम 2as सो 2as इज इक्वल टू v स्केयर माइनस यू स्केयर सो 2a x1 माइनस x क्योंकि s की वैल्यू जी वो दोनों पोजीशनस नू माइनस करके आती आ तो v जोड़ा है वो फाइनल बाद वाली वेलोसिटी आ तो u जोड़ा वा वो इनिशियल वेलोसिटी आ। सो असीं इहनूं इस तरह लिख सकते हैं। सो ਇਹਦਾ ਮਤਲਬ ਜੇ ਤੁਹਾਨੂੰ ਨੂਮੈਰੀਕਲ ਕੋਈ ਆ ਜਾਂਦਾ ਤੇ ਉਹਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਕਿ ਬਾਅਦ ਵਾਲੀ ਡਿਸਪਲੇਸਮੈਂਟ ਬਾਅਦ ਵਾਲੀ ਪੋਜੀਸ਼ਨ ਪਤਾ ਕਰੋ ਤਾਂ ਪੋਜੀਸ਼ਨ ਤੁਸੀਂ ਆਹ ਵਾਲੀ ਜਿਹੜੀ x1 ਪੋਜੀਸ਼ਨ ਆ ਇਹ ਪਤਾ ਕਰਨੀ ਆ ਤਾਂ ਉਹ ਫਿਰ x1 ਸਾਰਾ ਵੈਲਿਊਜ਼ ਉੱਧਰ ਭੇਜ ਕੇ ਤੁਸੀਂ ਇਹਨੂੰ ਸੋਲਵ ਕਰ ਸਕਦੇ ਆ। ਸੋ ਇਸ ਤਰ੍ਹਾਂ ਤੁਸੀਂ ਹੁਣ ਤੱਕ 3 ਰਿਲੇਸ਼ਨ ਜਿਹੜੇ ਹੈਗੇ ਆ ਉਹ ਦੇਖੇ। ਸੋ ਇੱਕ ਰਿਲੇਸ਼ਨ ਤੁਸੀਂ ਦੇਖਿਆ v ਇਜ਼ ਇਕੁਅਲ ਟੂ u ਪਲਸ at ਇੱਕ ਰਿਲੇਸ਼ਨ ਦੇਖਿਆ s ਇਜ਼ ਇਕੁਅਲ ਟੂ ut ਪਲਸ ਹਾਫ at ਸਕੇਅਰ। ਸੋ ਇਹ ਜਿਹੜਾ ਹਾਫ ਆ ਉਹ ਸਾਰੇ ਦੇ ਬਟੇ ਹੀ ਹੁੰਦਾ ਵਾ ਆਪਾਂ ਨੂੰ ਪਤਾ ਹੀ ਆ। ਸੋ v ਸਕੇਅਰ ਮਾਈਨਸ u ਸਕੇਅਰ ਇਜ਼ ਇਕੁਅਲ ਟੂ 2as। ਇਸ ਤਰ੍ਹਾਂ ਇਹ 3 ਰਿਲੇਸ਼ਨ ਦੇਖੇ ਤੁਹਾਨੂੰ ਨੂਮੈਰੀਕਲਸ ਪੁੱਛੇ ਜਾ ਸਕਦੇ ਆ ਜਿਹਦੇ ਵਿੱਚ ਉਹ ਤੁਹਾਨੂੰ ਇਹਨਾਂ ਵਿੱਚੋਂ ਕੋਈ ਗੱਲ ਦੱਸ ਸਕਦਾ ਜਿੱਦਾਂ ਹੁਣ ਇਹਦੇ ਵਿੱਚ 4 ਜਾਣੇ ਆ v ਆ u ਆ a ਆ ਅਤੇ t ਆ ਮਤਲਬ v u a t ਇਹਦੇ ਵਿੱਚ 4 ਜਾਣੇ ਆ। ਇਹਦੇ ਵਿੱਚ ਕੌਣ ਆ ਇਹ 'ਚ s ਆ ਇਹ 'ਚ u ਆ ਇਹ 'ਚ t ਆ ਇਹ 'ਚ a ਆ। ਆਹ ਵਾਲੇ ਰਿਲੇਸ਼ਨ ਵਿੱਚ ਆਹ ਵਾਲੇ 4 ਜਾਣੇ ਆ s u t ਅਤੇ a ਅਤੇ ਆਹ ਵਾਲੇ ਦੇ ਵਿੱਚ ਕੌਣ ਆ ਇਹ ਵਾਲੇ ਦੇ ਵਿੱਚ ਆਪਣੇ ਕੋਲ ਆਹ ਵਾਲੇ ਥਰਡ ਦੇ ਵਿੱਚ v u a s ਆਹ ਵਾਲੇ ਜਿਹੜੇ ਆ ਉਹ 4 ਜਣੇ ਆ। ਸੋ ਮਤਲਬ ਕਿ ਹਰ ਵਾਰੀ ਟੋਟਲ ਫਿਰ ਇਹਦਾ ਮਤਲਬ 5 ਵੇਰੀਏਬਲਸ ਆ ਆਪਣੇ ਕੋਲ। ਇੱਕ ਦੇਖੋ v ਸੋ ਦਿਸ ਵਨ v u a s t ਮਤਲਬ ਟੋਟਲ 5 ਵੇਰੀਏਬਲਸ ਆਰ ਦੇਅਰ। ਇਹ 5 ਵੇਰੀਏਬਲ 'ਚੋਂ ਕੋਈ 4 ਵੇਰੀਏਬਲ ਨੂੰ ਲੈ ਕੇ 3 ਇਕੁਏਸ਼ਨਸ ਬਣਾਈਆਂ ਗਈਆਂ। ਸੋ ਸਮਟਾਈਮਸ ਇਹ ਹੋ ਸਕਦਾ ਕਿ ਤੁਹਾਨੂੰ ਜਿਹੜਾ ਵੇਰੀਏਬਲ ਪੁੱਛਿਆ ਗਿਆ ਉਹ ਇਹ ਵਾਲੀ ਕਿਸੇ ਇੱਕ ਇਕੁਏਸ਼ਨ 'ਚੋਂ ਕੈਲਕੂਲੇਟ ਕਰਨਾ ਪਵੇ ਜਿੱਦਾਂ ਮੰਨ ਲਓ ਟਾਈਮ ਦੀ ਵੈਲਿਊ ਤੁਹਾਨੂੰ ਇੱਥੋਂ ਕੈਲਕੂਲੇਟ ਕਰਨੀ ਪਵੇ ਟੀ ਇੱਥੋਂ ਲੱਭਿਆ ਜਾ ਸਕਦਾ ਜੇ ਵੀ ਯੂ ਤਾਂ ਇਹ ਪਤਾ ਹੋਊਗਾ ਫਿਰ ਉਹ ਤੁਹਾਨੂੰ ਐਸ ਲੱਭਣ ਲਈ ਕਹਿ ਸਕਦਾ ਫਿਰ ਉਹ ਵਾਲਾ ਟੀ ਤੁਸੀਂ ਇੱਥੇ ਭਰ ਦੋਗੇ ਕਿਉਂਕਿ ਏ ਅਤੇ ਯੂ ਤੁਹਾਨੂੰ ਪਤਾ ਸੀ ਤਾਂ ਐਸ ਇੱਥੋਂ ਲੱਭ ਸਕਦੇ ਆ। ਮਤਲਬ ਤੁਹਾਨੂੰ ਇੱਦਾਂ ਮਿਕਸਿੰਗ ਵੀ ਹੋ ਸਕਦੀ ਆ ਕਿ ਤੁਹਾਨੂੰ ਉਹ ਆਹ ਵਾਲੇ ਰਿਲੇਸ਼ਨ ਤੋਂ ਟਾਈਮ ਕੱਢਣ ਲਈ ਕਹਿ ਸਕਦਾ ਮੀਨਸ ਉਹ ਡਾਇਰੈਕਟਲੀ ਤਾਂ ਨਹੀਂ ਕਹੇਗਾ ਉਹ ਤੁਹਾਨੂੰ ਵੀ ਯੂ ਏ ਦੇ ਦੇਗਾ ਅਤੇ ਕਹੇਗਾ ਐਸ ਲੱਭੋ। ਹੁਣ ਐਸ ਲੱਭੋ ਅਤੇ ਉਹਦੇ ਵਿੱਚ ਤੁਹਾਡੇ ਕੋਲ ਦੋਨੋਂ ਪੋਸੀਬਿਲਿਟੀਜ਼ ਹੈਗੀਆਂ ਜੇ ਵੀ ਪਤਾ ਯੂ ਪਤਾ ਏ ਪਤਾ ਤਾਂ ਆਹ ਵਾਲਾ ਡਾਇਰੈਕਟ ਫਾਰਮੂਲਾ ਵੀ ਲਗਾ ਸਕਦੇ ਹਾਂ। ਅਤੇ ਜੇ ਮੰਨ ਲਓ ਇਹੋ ਜਿਹੀ ਸਿਚੁਏਸ਼ਨ ਆ ਕਿ ਤੁਹਾਡੇ ਮਾਈਂਡ 'ਚ ਇਹ ਗੱਲ ਨਹੀਂ ਆ ਰਹੀ ਤੁਸੀਂ ਆਹ ਵਾਲਾ ਫਾਰਮੂਲਾ ਇੱਥੋਂ ਪਹਿਲਾਂ ਟੀ ਲੱਭ ਲਓ ਖਿੱਚ ਭਰ ਦਿਓ ਤਾਂ ਵੀ ਐਸ ਆ ਜਾਊਗਾ। ਸੋ ਕਿਸੇ ਵੀ ਤਰ੍ਹਾਂ ਤੁਸੀਂ ਇਹ ਜਿਹੜਾ ਹੈਗਾ ਇਹਨਾਂ ਰਿਲੇਸ਼ਨਸ ਨੂੰ ਬੇਸਿਕਲੀ 5 ਵੇਰੀਏਬਲ ਆ 5 ਵੇਰੀਏਬਲ ਨੂੰ 4 ਵੇਰੀਏਬਲ ਨਾਲ ਜੋੜ ਕੇ ਆ 4 ਵੇਰੀਏਬਲ ਇਹਦੇ 'ਚ ਵੀ 4 ਵੇਰੀਏਬਲ ਆ ਇਹਦੇ 'ਚ ਵੀ 4 ਵੇਰੀਏਬਲ। ਸੋ ਇਹ 4 ਵੇਰੀਏਬਲ ਦੇ ਨਾਲ 3 ਇਕੁਏਸ਼ਨਸ ਬਣੀਆਂ ਜਿਨ੍ਹਾਂ ਨੂੰ ਇਕੁਏਸ਼ਨਸ ਆਫ ਮੋਸ਼ਨ ਕਿਹਾ ਜਾਂਦਾ ਆ ਐਂਡ ਦੇ ਆਰ ਵੈਰੀ 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 ਇੰਪੋਰਟੈਂਟ ਇਕੁਏਸ਼ਨਸ ਆਫ ਮੋਸ਼ਨ। ਸਾਰੀ ਜਿਹੜੀ ਤੁਹਾਡੀ ਮਕੈਨਿਕਸ ਹੈਗੀ ਆ ਜਾਂ ਉਤੋਂ ਗਾਂਹ ਵੀ ਜਿਹੜੀ ਫਿਜ਼ਿਕਸ ਹੈਗੀ ਆ ਉਹ 'ਚ ਕਾਫੀ ਹੱਦ ਤੱਕ ਇਹ ਜਿਹੜੀਆਂ ਇਕੁਏਸ਼ਨਸ ਆਫ ਮੋਸ਼ਨ ਆ ਇਹ ਆਪਣਾ ਰੋਲ ਪਲੇ ਕਰਦੀਆਂ ਹੈਗੀਆਂ। ਪਰ ਇਹਦੇ ਵਿੱਚ ਮੇਨ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਉਹ ਇਹ ਹੈਗੀ ਆ ਕਿ ਇੱਥੇ ਐਕਸਲਰੇਸ਼ਨ ਕੌਨਸਟੈਂਟ ਆ। ਐਕਸਲਰੇਸ਼ਨ ਦੀ ਵੈਲਿਊ ਫਿਕਸ ਰਹਿੰਦੀ ਆ ਉਹ ਬਦਲਦੀ ਨਹੀਂ ਹੈਗੀ।
ਸੋ ਇਹ ਗੱਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿ ਐਕਸਲਰੇਸ਼ਨ ਕੌਨਸਟੈਂਟ ਆ। ਜਿੰਨਾ ਕੁਛ ਆਪਾਂ ਹੁਣ ਤੱਕ ਪੜ੍ਹਾਈ ਕੀਤੀ ਉਹ 'ਚ ਅਸੀਂ ਐਕਸਲਰੇਸ਼ਨ ਨੂੰ ਫਿਕਸ ਰੱਖਿਆ ਵਾ। ਐਕਸਲਰੇਸ਼ਨ ਇਜ਼ ਕੌਨਸਟੈਂਟ, ਐਕਸਲਰੇਸ਼ਨ ਇਜ਼ ਏ ਕੌਨਸਟੈਂਟ। ਸੋ ਐਕਸਲਰੇਸ਼ਨ ਜਿਹੜਾ ਹੈਗਾ ਉਹ ਕੌਨਸਟੈਂਟ ਮੰਨਿਆ ਹੋਇਆ। ਆਪਾਂ ਹਰ ਵਾਰੀ ਬਿਨਾਂ ਕੌਨਸਟੈਂਟ ਤੋਂ ਇਹ ਰਿਲੇਸ਼ਨਸ ਪੋਸੀਬਲ ਨਹੀਂ ਹੈਗੇ। ਸੋ ਇਸ ਤਰ੍ਹਾਂ ਅਸੀਂ ਹੁਣ ਇਹ ਇਕੁਏਸ਼ਨਸ ਆਫ ਮੋਸ਼ਨ ਤਿੰਨੋਂ ਜਿਹੜੀਆਂ ਹੈਗੀਆਂ ਡਰਾਈਵ ਕਰ ਲਈਆਂ ਹੈਗੀਆਂ। ਸੋ ਇਹ ਜਿਹੜੇ ਜਿਸ ਢੰਗ ਨਾਲ ਅਸੀਂ ਡਰਾਈਵ ਕੀਤੀਆਂ ਇਹ ਬੇਸਿਕਲੀ ਤੁਹਾਡਾ ਇੱਕ ਬੇਸਿਕ ਜਿਹਾ ਮਤਲਬ ਕਿ ਹਾਈ ਲੈਵਲ ਦਾ ਕੰਮ ਨਹੀਂ ਹੈਗਾ ਸੀ। ਹੁਣ ਥੋੜ੍ਹਾ ਜਿਹਾ ਇਹ ਵਾਲੀਆਂ ਰਿਲੇਸ਼ਨਸ ਨੂੰ ਅਸੀਂ ਕੈਲਕੂਲਸ ਮੈਥਡ ਵਰਤ ਕੇ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜਾ ਅਸੀਂ ਰਿਲੇਸ਼ਨਸ ਨੂੰ ਕੈਲਕੂਲੇਟ ਕੀਤਾ ਇਹ ਤੁਹਾਡਾ ਪ੍ਰੀਵੀਅਸ ਲੋਅਰ ਕਲਾਸਿਸ ਦੇ ਵਿੱਚ ਬੱਚਿਆਂ ਨੂੰ ਅਸੀਂ ਇੱਦਾਂ ਸਟੂਡੈਂਟਸ ਨੂੰ ਦੱਸਦੇ ਹੁੰਦੇ ਹਾਂ। ਬਟ ਇਹ ਹੈ ਕਿ ਵੀ ਇੱਕ ਵਾਰੀ ਅਸੀਂ ਉਹਨੂੰ ਸਮਰਾਈਜ਼ ਕਰਨਾ ਸੀਗਾ ਸੋ ਦੈਟ ਸਾਡੇ ਮਾਈਂਡ ਦੇ ਵਿੱਚ ਇਹ ਰਿਲੇਸ਼ਨਸ ਜਿਹੜੇ ਆ ਉਹ ਬੈਠ ਜਾਣ। ਸੋ I think now you are very much aware of these relations. So these are three relations which are very important. So v is equal to u plus at, s equal to ut plus half at square, v square minus u square 2as। ਇਹਨਾਂ ਨੂੰ ਹਰ ਹਾਲਤ ਵਿੱਚ ਤੁਸੀਂ ਯਾਦ ਰੱਖਣਾ। ਇਹ ਵੀ ਫਾਈਨਲ ਵੈਲੋਸਿਟੀ ਹੁੰਦੀ ਆ, u ਇਨੀਸ਼ੀਅਲ ਵੈਲੋਸਿਟੀ ਹੁੰਦੀ ਆ, t ਟਾਈਮ ਇੰਟਰਵਲ ਹੁੰਦਾ ਵਾ, t1 ਮਾਈਨਸ t0 ਤੋਂ ਆਊਗਾ ਜਾਂ t2 ਮਾਈਨਸ t1 ਆਊਗਾ। s ਜਿਹੜਾ x2 ਮਾਈਨਸ x1 ਜਾਂ x1 ਮਾਈਨਸ x0 ਹੁੰਦਾ ਵਾ। So similarly you have v final, u initial etc. So you can have v2 minus v2 minus v1 ਜਾਂ v1 square minus v0 square। so ਜੋ ਵੀ ਤੁਸੀਂ ਲਿਖਣਾ s ਦੀ ਥਾਂ ਤੇ x1 minus x0। so this is how you can change these relations according to your need, but these are the basic relations you must know and must remember these relations. Thank you.